ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਜਿਹੜਾ ਰਸਤਾ ਹੈ, ਇਹਦੇ ਨਿਯਮ ਬਾਕੀ ਲੋਕਾਂ ਦੇ, ਬਾਕੀ ਧਰਮਾਂ ਦੇ ਨਿਯਮਾਂ ਦੇ ਨਾਲੋਂ ਵੱਖਰੇ ਨੇ। ਇਹ ਬੜੇ ਇੱਦਾਂ ਕਹਿ ਲਈਏ ਕਿ ਦੁੱਖ ਜਿਹੇ ਦੇ ਨਾਲ ਸਾਨੂੰ ਕਹਿਣਾ ਪੈਂਦਾ ਹੈ ਵੀ ਸਾਨੂੰ ਬਹੁਤੀ ਸਮਝ ਨਹੀਂ ਹੈ ਸਿੱਖੀ ਦੇ ਬਾਰੇ। ਪਾਠ ਅਸੀਂ ਬਹੁਤ ਕਰਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਹੈ ਵੀ ਮੈਨੂੰ ਬੜਾ ਪਤਾ ਹੈ, ਮੈਂ ਤਾਂ ਆਪ ਹੁਣ ਸਿੱਖਦਾ ਪਿਆ। ਸਾਨੂੰ ਪਾਠ ਵੀ ਬਹੁਤ ਕੀਤਾ ਜਾਂਦਾ ਹੈ, ਸੇਵਾ ਵੀ ਅਸੀਂ ਕਰ ਲੈਂਦੇ ਹਾਂ, ਬਹੁਤ ਕੁਝ ਵਧੀਆ ਚੱਲਦਾ ਪਿਆ ਹੈ। ਪਰ ਪ੍ਰੋਬਲਮ ਸਾਡੀ ਉੱਥੇ ਹੈ ਜਦੋਂ ਅਸੀਂ ਘਰਾਂ ਦੇ ਵਿੱਚ ਰੀਤੀ ਰਿਵਾਜ ਨਿਭਾਉਂਦੇ ਹਾਂ ਅਤੇ ਉਦੋਂ ਅਸੀਂ ਸਿੱਖੀ ਨੂੰ ਕਿੰਨਾ ਕੁ ਲਾਗੂ ਕਰਦੇ ਹਾਂ ਘਰ ਦੇ ਵਿੱਚ, ਜਾਂ ਜਿਹੜਾ ਸਾਡਾ ਸੁਭਾਅ ਹੈ ਉਹ ਸਾਡਾ ਕਿਵੇਂ ਦਾ ਹੈ। ਦੋ ਸੁਭਾਅ ਹੁੰਦੇ ਨੇ ਨਾ, ਵੀ ਇੱਕ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਇੱਕ ਸੁਭਾਅ ਹੈ ਪਾਠ ਦੇ ਟਾਈਮ ਦਾ ਸੁਭਾਅ। ਮੈਨੂੰ ਵੇਖ ਕੇ ਕੋਈ ਕਹਿ ਰਿਹਾ ਵੀ ਬੜਾ ਵਧੀਆ ਪਾਠ ਕਰਦਾ ਹੈ, ਮੈਨੂੰ ਵੇਖ ਕੇ ਕੋਈ ਕਹਿ ਰਿਹਾ ਹੈ ਵੀ ਬੰਦਾ 2 ਟਾਈਮ ਗੁਰਦੁਆਰੇ ਆ ਰਿਹਾ ਹੈ। ਇਹ ਤਾਂ ਮੇਰੇ ਬਾਹਰ ਦਾ ਸੁਭਾਅ ਹੈ। ਅੰਦਰੋਂ ਮੈਂ ਕਿਵੇਂ ਦਾ ਹਾਂ, ਜਿਹੜਾ ਮੈਨੂੰ ਲੋਕੀ ਜਾਣਦੇ ਹੀ ਨਹੀਂ ਜਿਹੜਾ ਮੇਰੇ ਬਾਰੇ, ਉਹ ਮੈਂ ਕੀ ਹਾਂ, ਬਾਏ ਨੇਚਰ ਮੈਂ ਕਿੱਦਾਂ ਦਾ ਹਾਂ। ਉਹ ਤਾਂ ਮੈਂ ਦੁਨੀਆ ਨੂੰ ਨਜ਼ਰ ਆ ਗਿਆ ਨਾ ਵੀ ਮੈਂ ਧਾਰਮਿਕ ਹਾਂ, ਇਹ ਬੰਦਾ ਪਾਠ ਕਰ ਲੈਂਦਾ ਹੈ। ਜਦੋਂ ਕੋਈ ਨਹੀਂ ਮੈਨੂੰ ਵੇਖਦਾ ਪਿਆ, ਉਦੋਂ ਮੈਂ ਕਿਵੇਂ ਦਾ। ਔਰ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਪਾਠ ਕਰਦੇ ਨੇ ਸਾਰੇ ਵਿਖਾਵੇ ਦੀ ਕਰਦੇ ਨੇ। ਹੌਲੀ ਹੌਲੀ ਸਿੱਖੀ ਜਾਂਦੀ ਹੈ, ਇੱਕ ਦਿਨ ਦੇ ਵਿੱਚ ਕਿਸੇ ਨੂੰ ਨਹੀਂ ਆਉਂਦੀ। ਪਰ ਸਾਡੀ ਸਿੱਖੀ ਦਾ ਪਤਾ ਅਸਲ ਦੇ ਵਿੱਚ ਇਹਨਾਂ ਦਿਨਾਂ 'ਚ ਹੀ ਪਤਾ ਲੱਗਦਾ ਹੈ, ਜਦੋਂ ਅਸੀਂ ਕੋਈ ਦੋ ਹੀ ਲਗਭਗ ਸਾਡੇ ਘਰਾਂ 'ਚ ਮੌਕੇ ਆਉਂਦੇ ਨੇ। ਜਾਂ ਤਾਂ ਖੁਸ਼ੀ ਦਾ ਮੌਕਾ ਆ ਗਿਆ ਅਤੇ ਵਾਹਿਗੁਰੂ ਤੰਦਰੁਸਤੀ ਦੇਵੇ, ਜਾਂ ਗਮੀ ਦਾ ਮੌਕਾ ਆ ਗਿਆ। ਹਰ ਘਰ 'ਚ ਖੁਸ਼ੀ ਹੈ ਅਤੇ ਹਰ ਘਰ 'ਚ ਗਮੀ ਹੈ। ਉਹਨੂੰ ਦੁਨੀਆ ਕਿੱਦਾਂ ਸਵੀਕਾਰ ਕਰਦੀ ਹੈ? ਜੇ ਖੁਸ਼ੀ ਆਈ ਤਾਂ ਦੁਨੀਆ ਖੁਸ਼ੀ ਨੂੰ ਕਿੱਦਾਂ ਮਨਾਉਂਦੀ ਹੈ? ਜੇ ਗਮੀ ਆ ਗਈ ਹੈ ਤਾਂ ਗਮੀ ਦੇ ਵਿੱਚ ਦੁਨੀਆ ਕਿੱਦਾਂ ਰਹਿੰਦੀ ਹੈ? ਹੁਣ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਜਿਹੜਾ ਵਿਧਾਨ ਹੈ ਨਾ, ਉਹਦੇ ਵਿੱਚ ਵੀ ਕਿਉਂਕਿ ਮਹਾਰਾਜ ਨੇ ਸਾਨੂੰ ਗ੍ਰਹਿਸਤੀ ਬਣਾਇਆ ਹੈ, ਅਤੇ ਗ੍ਰਹਿਸਤੀਆਂ ਨੂੰ ਇਹ 2 ਚੀਜ਼ਾਂ ਆਉਂਦੀਆਂ ਹੀ ਰਹਿੰਦੀਆਂ ਨੇ। ਉਹਨਾਂ ਨੂੰ ਖੁਸ਼ੀ ਵੀ ਆਉਣੀ ਹੈ ਅਤੇ ਉਹਨਾਂ ਨੂੰ ਗਮੀ ਵੀ ਆਉਣੀ ਹੈ। ਇਹ ਦੋਵਾਂ ਚੀਜ਼ਾਂ ਦੇ ਨਾਲ ਉਹਨਾਂ ਦਾ ਰੋਜ਼ ਵਾਹ ਪੈਣਾ ਹੈ। ਹੋ ਸਕਦਾ ਹੈ ਕੋਈ ਦਿਨ ਐਡਾ ਵਧੀਆ ਆ ਗਿਆ ਵੀ ਖੁਸ਼ੀ ਨਹੀਂ ਸੰਭਾਲੀ ਜਾਂਦੀ ਅਤੇ ਇੰਨਾ ਜ਼ਿਆਦਾ ਦੁੱਖ ਆ ਜਾਵੇ ਵੀ ਇੰਝ ਲੱਗਦਾ ਵੀ ਜ਼ਿੰਦਗੀ ਖਤਮ ਹੋ ਗਈ। ਇਹ ਹਰ ਇੱਕ ਦੇ ਨਾਲ ਹੋਣਾ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਚੱਲਦਾ। ਹੁਣ ਜਿਹੜੀ ਅਸੀਂ ਗੱਲ ਭਾਈ ਗੁਰਦਾਸ ਸਾਹਿਬ ਤੋਂ ਸਿੱਖਣੀ ਹੈ, ਉਹ ਇਸ ਗੱਲ ਨੂੰ ਸਮਝਾਇਆ ਜਾ ਰਿਹਾ ਵੀ ਇਹਨਾਂ ਦੋਵਾਂ ਮੌਕਿਆਂ ਦੇ ਵਿੱਚ ਦੁਨੀਆ ਕੀ ਕਰਦੀ ਹੈ ਅਤੇ ਅਸੀਂ ਕੀ ਕਰਨਾ ਹੈ ਜੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਰਸਤੇ ਦੇ ਉੱਤੇ ਚੱਲਦੇ ਹਾਂ। ਇੱਥੇ ਇਹਨਾਂ ਨੇ ਵਿਧਾਨ ਨਹੀਂ ਬੋਲਿਆ ਵੀ ਇੱਦਾਂ ਕਰਨਾ ਹੈ ਅਤੇ ਆਹ ਕਰਨਾ ਹੈ, ਉਹ ਅੱਗੇ ਜਾ ਕੇ ਗੱਲਾਂ ਆਉਂਦੀਆਂ ਨੇ, ਉਹ ਮਰਿਆਦਾ ਦੀਆਂ ਗੱਲਾਂ ਨੇ। ਸੁਭਾਅ ਦੇ ਵਿੱਚ ਸਾਡਾ ਕੀ ਖਿਆਲ ਹੋਣਾ ਚਾਹੀਦਾ ਹੈ ਵੀ ਸਾਡਾ ਸੁਭਾਅ ਉਸ ਚੀਜ਼ ਨੂੰ ਕਿੱਦਾਂ ਸਵੀਕਾਰ ਕਰਦਾ ਹੈ। ਅਸੀਂ ਉੱਤੋਂ ਕਹਿ ਦਿੰਦੇ ਹਾਂ ਜੀ ਰੱਬ ਦਾ ਭਾਣਾ ਮੰਨਣਾ ਚਾਹੀਦਾ ਹੈ। ਇਹ ਮੈਂ ਕਹਿ ਦਿੱਤਾ, ਕਿੰਨਾ ਸੌਖਾ ਹੈ ਇਸ ਗੱਲ ਨੂੰ ਕਹਿ ਦੇਣਾ ਵੀ ਭਾਣਾ ਮੰਨ ਲੈਣਾ ਚਾਹੀਦਾ ਹੈ। ਪਰ ਇਸ ਭਾਣੇ ਨੂੰ ਸਿੱਖਣ ਦੇ ਲਈ ਮੈਂ ਕਹਿੰਦਾ ਵੀ ਸਾਲ ਲੱਗ ਜਾਂਦੇ ਨੇ, ਜ਼ਿੰਦਗੀਆਂ ਲੱਗ ਜਾਂਦੀਆਂ ਨੇ, ਨਹੀਂ ਸਮਝ ਆਉਂਦੀ ਗੱਲ ਵੀ ਭਾਣਾ ਮੰਨਣਾ ਕੀ ਹੈ। ਸੁਣ ਲੈਣਾ ਤਾਂ ਬੜਾ ਸੌਖਾ ਹੈ, ਦੂਜੇ ਨੂੰ ਹੌਸਲਾ ਦੇ ਦੇਣਾ ਬੜਾ ਸੌਖਾ ਹੈ ਵੀ ਕੋਈ ਨਹੀਂ, ਜੋ ਕਰਦਾ ਹੈ ਰੱਬ ਠੀਕ ਕਰਦਾ ਹੈ। ਆਪਣੇ ਵਾਰੀ ਜੇ ਇਸ ਗੱਲ ਨੂੰ ਮੰਨਣਾ ਪੈ ਜਾਵੇ ਤੇ ਦਿਲ ਨਹੀਂ ਮੰਨਦਾ, ਦਿਮਾਗ ਨੂੰ ਭਾਵੇਂ ਜਿੰਨੀ ਵਾਰ ਮਰਜ਼ੀ ਆਪਾਂ ਹੌਸਲਾ ਦੇ ਲਈਏ। ਭਾਈ ਗੁਰਦਾਸ ਸਾਹਿਬ ਨੇ ਇਸ ਗੱਲ ਨੂੰ ਸਾਡੇ ਸਾਹਮਣੇ ਰੱਖਿਆ। ਕਹਿੰਦੇ ਵੀ ਤੁਹਾਡੇ ਸਾਹਮਣੇ ਦੁਨਿਆਵੀ ਕਾਰ ਵਿਹਾਰ ਵਾਲੇ ਲੋਕ ਵੀ ਹੋਣਗੇ ਵੀ ਉਹ ਕਿੱਦਾਂ ਕਰਦੇ ਨੇ। ਤੁਸੀਂ ਜੇ ਗੁਰੂ ਨਾਨਕ ਦੇ ਰਸਤੇ ਦੇ ਉੱਤੇ ਚੱਲੇ ਜੇ ਤੇ ਤੁਸੀਂ ਇਹਨਾਂ ਕਾਰਾਂ ਵਿਹਾਰਾਂ ਨੂੰ ਕਿਵੇਂ ਕਰਨਾ ਹੈ। ਤੇ ਮੈਂ 2 ਉਦਾਹਰਨਾਂ ਆਪ ਜੀ ਦੇ ਅੱਗੇ ਰੱਖ ਕੇ ਤੇ ਫਿਰ ਅਸੀਂ ਪੌੜੀ ਦੀ ਗੱਲ ਸ਼ੁਰੂ ਕਰਾਂਗੇ। ਚਲੋ ਪੌੜੀ ਸਾਹਮਣੇ ਆ ਜਾਵੇ, ਇਸ ਕਰਕੇ ਮੈਂ ਬੋਲ ਦੇਵਾਂਗਾ। ਰਾਜਾ ਪ੍ਰਜਾ ਹੋਏ ਕਹਿ ਚਾਕਰ ਕੂਕਰ ਦੇਸ ਦੁਹਾਈ। ਸ੍ਰਿਸ਼ਟੀ ਜਿਹੜੀ ਵਰਤਦੀ ਹੈ ਨਾ, ਉਹ ਰਾਜਾ ਪ੍ਰਜਾ ਹੋ ਕੇ ਵਰਤਦੀ ਹੈ। ਇਹਦੇ ਵਿੱਚ ਅੱਧੇ ਲੋਕ ਆਰਡਰ ਕਰਨ ਵਾਲੇ ਨੇ ਅਤੇ ਅੱਧੇ ਲੋਕ ਆਰਡਰ ਸੁਣਨ ਵਾਲੇ ਨੇ। ਇੱਦਾਂ ਹੋ ਸਕਦਾ ਵੀ ਕੋਈ ਵੱਡਾ ਆਪਣੇ ਤੋਂ ਛੋਟੇ ਨੂੰ ਆਰਡਰ ਕਰੀ ਜਾਂਦਾ ਅਤੇ ਉਹਦੇ ਤੋਂ ਛੋਟਾ ਉਹਦੇ ਤੋਂ ਛੋਟੇ ਨੂੰ ਆਰਡਰ ਕਰੀ ਜਾਂਦਾ। ਇਹ ਦੁਨੀਆ ਇੱਦਾਂ ਹੀ ਚੱਲਦੀ ਹੈ ਵੀ ਵੱਡੇ ਤੋਂ ਕੰਮ ਸ਼ੁਰੂ ਹੋਇਆ ਹੁਕਮ ਕਰਨ ਦਾ, ਉਹਨੇ ਛੋਟੇ ਨੂੰ ਹੁਕਮ ਕਰ ਦੇਣਾ, ਛੋਟੇ ਨੇ ਉਹਦੇ ਤੋਂ ਛੋਟੇ ਨੂੰ ਹੁਕਮ ਕਰ ਦੇਣਾ।
ਰਾਜਾ ਪ੍ਰਜਾ। ਇਹਦਾ ਮਤਲਬ ਕੀ ਹੈ ਵੀ ਇੱਕ ਜਣਾ ਆਰਡਰ ਕਰਨ ਵਾਲਾ, ਇੱਕ ਜਣਾ ਆਰਡਰ ਸੁਣਨ ਵਾਲਾ। ਚਾਕਰ ਕੂਕਰ ਦੇਸ਼ ਦੁਹਾਈ, ਨੌਕਰ ਹੋ ਕੇ ਰਾਜੇ ਮਹਾਰਾਜਿਆਂ ਦੇ ਤੇ ਦੁਨੀਆ ਇੱਦਾਂ ਨੌਕਰਾਂ ਦੇ ਵਾਂਗੂ ਹੀ ਦੇਸ਼ ਦੇ ਵਿੱਚ ਤੁਰਦੇ ਫਿਰਦੇ ਰਹਿੰਦੇ ਨੇ, ਦੇਸ਼ ਦੇ ਵਿੱਚ ਆਪਣੇ ਰਾਜੇ ਮਹਾਰਾਜਿਆਂ ਦੀਆਂ ਦੁਹਾਈਆਂ ਦਿੰਦੇ ਫਿਰਦੇ ਨੇ। ਤੇ ਮੈਂ ਇੱਕ ਗੱਲ ਸ਼ੁਰੂ ਕਰਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਉਹਨਾਂ ਦੇ ਵਿੱਚ ਹੁੰਦਾ ਕੀ ਹੈ? ਆਮ ਦੁਨੀਆ ਦੇ ਵਿੱਚ ਜੰਮਦਿਆਂ ਰੁਣ ਝੁੰਝਣਾ, ਨਾਨਕ ਦਾਦਕ ਹੋਏ ਵਧਾਈ। ਕਹਿੰਦੇ ਹੁਣ ਜਦੋਂ ਜਨਮ ਹੋ ਗਿਆ ਸਾਡੇ ਘਰ ਦੇ ਵਿੱਚ ਬੱਚੇ ਦਾ, ਆਮ ਦੁਨਿਆਵੀ ਤੌਰ ਦੇ ਉੱਤੇ, ਤੇ ਕੀ ਹੁੰਦਾ ਹੈ ਜੀ? ਨਾਨਕਿਆਂ ਵਾਲੇ ਪਾਸਿਆਂ ਤੋਂ, ਦਾਦਕਿਆਂ ਵਾਲੇ ਪਾਸੇ ਤੋਂ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ। ਨਾਨਕ ਦਾਦਕ ਹੋਏ ਵਧਾਈ, ਵਿਵਾਹਾਂ ਨੂੰ ਸਿੱਠਣੀਆਂ ਦੋਹ ਵੱਲੀ ਦੋਹ ਤੂਰ ਵਜਾਈ। ਜਦੋਂ ਵਿਆਹ ਹੋਣ ਲੱਗ ਪਏ ਤੇ ਇੱਥੇ ਤੇ ਚਲੋ ਇਹ ਰਿਵਾਜ਼ ਘਟ ਗਿਆ ਹੈ, ਇੱਕ ਰਸਮ ਹੁੰਦੀ ਸਿੱਠਣੀਆਂ ਦੇਣੀਆਂ। ਉਹ 'ਚ ਲਗਭਗ ਨਾਨਕੇ ਦਾਦਕੇ ਨਾ ਇੱਕ ਦੂਜੇ ਨੂੰ ਮਿਹਣੇ ਮਾਰਦੇ ਹੁੰਦੇ ਨੇ। ਉਹ ਕਈ ਥਾਵਾਂ ਦੇ ਉੱਤੇ ਬੜਾ ਨਿਕੰਮਾ ਬੋਲ ਬੋਲਿਆ ਜਾਂਦਾ ਹੈ, ਉਹ ਗਾਲਾਂ ਵੀ ਕੱਢਣ ਲੱਗ ਪੈਂਦੀਆਂ ਨੇ ਬੀਬੀਆਂ ਇੱਕ ਦੂਜੇ ਨੂੰ। ਕਈਆਂ ਥਾਵਾਂ ਦੇ ਉੱਤੇ ਚੱਲਦਾ ਹੈ ਜਿਵੇਂ ਸਿੱਠਣੀ ਦੇਣੀ ਇਹਨੂੰ ਕਿਹਾ ਜਾਂਦਾ। ਮਤਲਬ ਇਹ ਹੁੰਦਾ ਵੀ ਉਹਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਵੀ ਉੱਤੇ ਕੌਣ ਰਹਿੰਦਾ, ਵੀ ਇੱਕ ਦੂਜੇ ਨੂੰ ਗੱਲਾਂ ਕਰਨੀਆਂ ਨੇ, ਨਾਨਕਿਆਂ ਵੱਲੋਂ ਦਾਦਕਿਆਂ ਨੂੰ, ਦਾਦਕਿਆਂ ਵੱਲੋਂ ਨਾਨਕਿਆਂ ਨੂੰ, ਬੋਲੀਆਂ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਉਹਨੂੰ ਰਸਮ ਬਣਾਇਆ ਗਿਆ ਹੈ ਵਿਆਹ ਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਜੰਮ ਪਿਆ ਹੈ ਤੇ ਵਧਾਈ ਹੈ, ਵਿਵਾਹ ਆ ਗਿਆ ਤੇ ਇਹੋ ਜਿਹੀ ਸਿੱਠਣੀਆਂ ਵਰਗੀਆਂ ਰਸਮਾਂ ਕਰਦੇ ਨੇ। ਦੋਹ ਵੱਲੀ ਦੋਹ ਤੂਰ ਵਜਾਈ, ਵੀ ਦੋਵਾਂ ਪਾਸਿਆਂ ਦੇ ਉੱਤੇ ਵੇਖੋ ਤੁਸੀਂ ਵਾਜੇ ਵੱਜਦੇ ਪਏ ਨੇ, ਬੜਾ ਚਾਅ ਹੈ ਦੋਵੇਂ ਪਾਸੇ। ਰੋਵਣ ਪਿੱਟਣ ਮੋਇਆਂ ਨੂੰ ਵੈਣ ਅਲਾਹਣ ਧੁੰਮ ਧੁਮਾਈ। ਤੇ ਕਹਿੰਦੇ ਹੁਣ ਸਮਾਜ ਦਾ ਹਾਲ ਵੇਖ ਲਓ, ਜਿੱਦਾਂ ਜੰਮਦਿਆਂ ਵਧਾਈ ਹੈ, ਵਿਆਹ ਵੇਲੇ ਸਿੱਠਣੀਆਂ ਨੇ, ਮਾਲਕ ਕਿਰਪਾ ਕਰੇ ਜ਼ਿੰਦਗੀ ਮੁੱਕ ਗਈ ਤੇ ਫਿਰ ਕੀ ਹੈ? ਰੋਣਾ ਹੈ। ਫਿਰ ਕੀ ਹੈ? ਫਿਰ ਪਿੱਟਣਾ ਹੈ। ਔਰ ਇੰਨੇ ਉੱਚੀ ਵੈਣ ਪਾਏ ਜਾਂਦੇ ਨੇ ਸਪੈਸ਼ਲ ਤੌਰ ਦੇ ਉੱਤੇ। ਹੁਣ ਤੇ ਇਹ ਚੀਜ਼ਾਂ ਘਟ ਗਈਆਂ, ਤੁਸੀਂ ਸ਼ਾਇਦ ਕਥਾ ਸੁਣੀ ਹੋਵੇਗੀ। ਸਪੈਸ਼ਲ ਤੌਰ ਦੇ ਉੱਤੇ ਬੀਬੀਆਂ ਜਿਹੜੀਆਂ ਨਾ ਉਹ ਪਿੰਡਾਂ ਦੇ ਵਿੱਚ ਟ੍ਰੇਨਡ ਹੁੰਦੀਆਂ ਸੀ। ਉਹਨਾਂ ਦਾ ਕੰਮ ਕੀ ਹੁੰਦਾ ਸੀ ਵੀ ਉਹਨਾਂ ਨੇ ਸਪੈਸ਼ਲ ਆ ਕੇ ਰੋਣਾ ਹੈ। ਔਰ ਉਹਦਾ ਕਾਰਨ ਕੀ ਹੁੰਦਾ ਸੀ ਵੀ ਬਹੁਤੀ ਵਾਰ ਜੋ ਮੈਂ ਸੁਣਿਆ ਹੈ, ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ, ਉਹ ਸਪੈਸ਼ਲ ਇੱਕ ਖਾਸ ਬਰਾਦਰੀ ਨਾਲ ਸੰਬੰਧਿਤ ਹੁੰਦੀਆਂ ਸੀ। ਉਹਨਾਂ ਨੇ ਆ ਕੇ ਰੋਣਾ ਹੁੰਦਾ ਸੀ ਉਹਨਾਂ ਨੇ ਆ ਕੇ। ਤੇ ਕਮਾਲ ਦੀ ਖੇਡ ਹੈ ਨਾ, ਜਿਹਦੇ ਘਰ ਦੇ ਵਿੱਚ ਦੁੱਖ ਵਾਪਰ ਗਿਆ ਉਹਨੂੰ ਰੋਣਾ ਸਿਖਾਇਆ ਥੋੜ੍ਹਾ ਜਾਂਦਾ। ਨਾ ਕਿਸੇ ਨੂੰ ਹਾਸਾ ਸਿਖਾਇਆ ਜਾ ਸਕਦਾ ਤੇ ਨਾ ਕਿਸੇ ਨੂੰ ਰੋਣਾ ਸਿਖਾਇਆ ਜਾ ਸਕਦਾ। ਇਹ ਸੁਭਾਵਕ ਹੀ ਬੰਦੇ ਨੂੰ ਆਉਂਦਾ ਹੁੰਦਾ, ਪਰ ਸਪੈਸ਼ਲ ਬੰਦੇ ਸੀ। ਔਰ ਫਿਰ ਉੱਚੀ ਉੱਚੀ ਇਸ ਗੱਲ ਤੋਂ ਧੁੰਮ ਪਾ ਪਾ ਕੇ ਲੋਕੀ ਜਾਣ ਜਾਣ ਕੇ, ਜਿਹਨੂੰ ਦੋਖੇ ਉਹਦੀ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ, ਮਾਫ਼ ਕਰਨਾ, ਸਾਨੂੰ ਪਤਾ ਹੀ ਹੈ, ਵਿਚਰਦੇ ਹੋਵਾਂਗੇ ਸਮਾਜ ਦੇ ਵਿੱਚ। ਵੈਣ ਅਲਾਹਣ ਧੁੰਮ ਧੁਮਾਈ। ਹੁਣ ਕਹਿੰਦੇ ਇਹ ਦੁਨੀਆ ਦੀ ਹਾਲਤ ਹੈ ਵੀ ਜੰਮ ਪਿਆ ਤੇ ਅੱਤ ਦੀ ਖੁਸ਼ੀ ਹੈ, ਵਿਆਹ ਤਾਂ ਹੈ, ਇੱਕ ਦੂਜੇ ਨੂੰ ਮਿਹਣੇ ਮਾਰਨੇ ਨੇ ਚਾਅ ਚਾਅ ਦੇ ਵਿੱਚ। ਜੇ ਚੜ੍ਹਾਈ ਕਰ ਗਿਆ ਤੇ ਫਿਰ ਕੀ ਹੋ ਗਿਆ? ਦੁਨੀਆ ਰੋਣ ਲੱਗ ਪਈ। ਹੁਣ ਇਹ ਕੀ ਹੈ? ਇਹ ਦੁਨੀਆ ਦਾ ਵਿਧਾਨ ਹੈ ਤੇ ਸਾਡਿਆਂ ਘਰਾਂ 'ਚ ਵੀ ਹੋਣ ਲੱਗ ਪਿਆ ਤੇ ਹੁੰਦਾ ਪਿਆ ਹੈ। ਮੈਂ ਇਸੇ ਕਰਕੇ ਸ਼ੁਰੂ 'ਚ ਗੱਲ ਕੀਤੀ ਸੀ, ਅਸੀਂ ਕਹਿੰਦੇ ਹਾਂ ਸਾਨੂੰ ਸਿੱਖੀ ਦੀ ਸਮਝ ਹੈ, ਪਰ ਸਾਨੂੰ ਸਮਝ ਹੈ ਨਹੀਂ ਹੈ। ਸਿੱਖੀ ਨੂੰ ਸੁਣਿਆ ਹੀ ਨਹੀਂ ਅਜੇ ਅਸੀਂ, ਕਮਾਉਣ ਦੀ ਤੇ ਗੱਲ ਹੀ ਬੜੀ ਦੂਰ ਦੀ ਹੈ। ਉਹ ਕੀ ਕਹਿੰਦੇ ਨੇ? ਸਾਧ ਸੰਗਤ ਸੱਚ ਸੋਹਿਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਸਾਡਾ ਜਦੋਂ ਵੀ ਕੋਈ ਸਮਾਗਮ ਆਉਂਦਾ ਹੈ, ਸੋਹਿਲਾ ਵੈਸੇ ਸ਼ਬਦ ਹੈ ਖੁਸ਼ੀ ਦਾ ਗੀਤ। ਵੈਸੇ ਸਾਡੇ ਵਿੱਚ ਸੋਹਿਲਾ ਦੋ ਵੇਲਿਆਂ ਦੇ ਵਿੱਚ ਪੜ੍ਹਿਆ ਜਾਂਦਾ ਹੈ। ਇੱਕ ਤੇ ਨਿਤਨੇਮ ਦੇ ਵੇਲੇ ਅਸੀਂ ਰੋਜ਼ ਪੜ੍ਹਦੇ ਹਾਂ, ਜਦੋਂ ਰਾਤ ਨੂੰ ਸੌਣਾ ਹੁੰਦਾ, ਸੌਣ ਤੋਂ ਪਹਿਲਾਂ ਪੜ੍ਹਦੇ ਹਾਂ। ਇੱਕ ਸੋਹਿਲਾ ਸਾਹਿਬ ਦਾ ਪਾਠ ਉਦੋਂ ਪੜ੍ਹਿਆ ਜਾਂਦਾ ਹੈ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਵੇ। ਹੁਣ ਸੋਹਿਲਾ ਜਿਹੜਾ ਹੈ ਉਹ ਖੁਸ਼ੀ ਦਾ ਗੀਤ ਹੈ। ਇਹਨੂੰ ਦੋਵਾਂ ਪਾਸਿਆਂ ਤੋਂ ਇੱਥੇ ਵਰਤਿਆ ਗਿਆ ਹੈ ਵੀ ਅਸੀਂ ਦੁਨੀਆਦਾਰੀ ਵਾਲੇ ਲੋਕਾਂ ਦੇ ਵਾਂਗੂ ਇੱਦਾਂ ਨਹੀਂ ਵਿਚਰਨਾ ਹੁੰਦਾ। ਅਸੀਂ ਕੀ ਕਰਨਾ ਹੁੰਦਾ ਹੈ? ਮਹਾਰਾਜ ਨੇ ਕਿਰਪਾ ਕੀਤੀ, ਸਾਡੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਅਸੀਂ ਸੰਗਤ ਦੇ ਵਿੱਚ ਆ ਕੇ ਬੈਠਣਾ ਹੈ। ਸਾਡੇ ਲਈ ਸੰਗਤ ਦਾ ਹੀ ਸਮਾਗਮ ਸਭ ਤੋਂ ਉੱਤੇ ਹੈ। ਮੈਂ ਇਹਨੂੰ ਆਪ ਜੀ ਦੇ ਅੱਗੇ ਹੋਰ ਕਲੀਅਰ ਕਰਾਂਗਾ ਤੇ ਰੱਬ ਭਾਣਾ ਮੰਨਣ ਦਾ ਬਲ ਦੇਵੇ। ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਕੁਝ ਵਾਪਰ ਗਿਆ, ਗਮੀ ਵੀ ਆ ਗਈ ਹੈ ਕਿਸੇ ਪਾਸੇ ਤੋਂ, ਸਾਡਾ ਸਮਾਗਮ ਫਿਰ ਸੰਗਤ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਤੇ ਬਖਸ਼ ਲਵੇ ਸਤਿਗੁਰੂ, ਸਾਡੇ ਅੰਤਿਮ ਅਰਦਾਸਾਂ ਦੇ ਸਮਾਗਮ ਤੇ ਗੁਰਦੁਆਰੇ ਹੁੰਦੇ ਨੇ, ਪਰ ਸਾਡੀਆਂ ਖੁਸ਼ੀਆਂ ਦੇ ਸਮਾਗਮ ਸੰਗਤ ਵਿੱਚ ਕਿੱਥੇ ਹੁੰਦੇ ਨੇ। ਮੈਂ ਇਸ ਗੱਲ ਨੂੰ ਵਾਰ-ਵਾਰ ਕਹਿਣਾ ਹੁੰਦਾ ਵੀ ਇਸ ਕਰਕੇ ਨਾ ਸੋਚਿਓ ਵੀ ਮੈਂ ਇਸ ਕਰਕੇ ਸ਼ਾਇਦ ਇਹ ਕਹਿ ਰਿਹਾ ਵੀ ਮੈਂ ਗੁਰਦੁਆਰੇ ਨਹੀਂ ਨਾ ਤਾਂ ਪ੍ਰੋਗਰਾਮ ਕਰਵਾਓ। ਨਹੀਂ ਨਹੀਂ, ਇੱਦਾਂ ਦਾ ਨਹੀਂ। ਸਾਡਾ ਸਾਰਾ ਵਿਧਾਨ ਸੰਗਤ ਦੇ ਵਿੱਚ ਹੀ ਹੋਣਾ ਚਾਹੀਦਾ ਤੇ ਸੰਗਤ ਵੱਲੋਂ ਹੀ ਹੋਣਾ ਚਾਹੀਦਾ ਹੈ। ਆਪਣੇ ਆਪ ਹੀ ਸਾਰੀਆਂ ਚੀਜ਼ਾਂ ਮਾਈਨਸ ਹੋ ਜਾਣਗੀਆਂ, ਬੜੀ ਫਜ਼ੂਲ ਖਰਚੀ ਤੋਂ ਬਚ ਜਾਵਾਂਗੇ। ਚਲੋ ਉਹ ਵਿਸ਼ਾ ਨਹੀਂ ਹੈ।
ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਸੱਚ ਸੁਹੇਲਾ। ਅਸੀਂ ਦੁਨੀਆਦਾਰਾਂ ਵਾਂਗੂ ਨਹੀਂ ਕਰਨਾ, ਅਸੀਂ ਸੰਗਤ ਦੇ ਵਿੱਚ ਆ ਕੇ ਤੇ ਗੱਲ ਪੜ੍ਹਨੀ ਹੈ। ਇੱਕ ਰਹਿਤ ਮਰਿਆਦਾ ਦਾ ਬੋਲ ਹੈ, ਉਹ ਕਹਿੰਦੇ ਵੀ ਵੇਖੋ ਘਰ ਦੇ ਵਿੱਚ ਬੱਚੇ ਦਾ ਜਨਮ ਹੋ ਜਾਵੇ ਤੇ ਜਦੋਂ ਮਾਤਾ ਪਿਤਾ ਚੱਲਣ ਦੇ ਯੋਗ ਹੋ ਜਾਵੇ ਵੀ ਹਾਂ, ਕਿਉਂਕਿ ਸਾਨੂੰ ਪਤਾ ਹੈ ਸਰੀਰ ਏਡਾ ਤਗੜਾ ਨਹੀਂ ਰਹਿੰਦਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਤੇ ਕੁਝ ਦਿਨ ਬਾਅਦ ਬੋਡੀ ਦੀ ਰਿਕਵਰੀ ਹੁੰਦੀ ਹੈ। ਮੰਨ ਲਓ 13 ਦਿਨ ਨੇ, 15 ਦਿਨ ਨੇ, ਜਿੰਨੇ ਦਿਨ ਦਾ ਵੀ, ਉਹਦੇ ਵਿੱਚ ਜਦੋਂ ਉਹਦਾ ਸਰੀਰ ਚੱਲਣ ਫਿਰਨ ਦੇ ਯੋਗ ਹੋ ਜਾਵੇ ਤੇ ਉਦੋਂ ਬੱਚੇ ਦਾ ਜਿਹੜਾ ਨਾਮਕਰਨ ਕਰਨਾ ਹੈ। ਚਲੋ ਕਈ ਪਹਿਲਾਂ ਵੀ ਕਰ ਜਾਂਦੇ ਨੇ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਦਿਨਾਂ ਦੀ ਗਿਣਤੀ ਫਾਈਨਲ ਨਹੀਂ ਹੈ ਵੀ ਇੰਨੇ ਦਿਨਾਂ ਬਾਅਦ ਹੀ ਕਰਨਾ। ਉਹ ਕਹਿੰਦੇ ਕੀ ਕਰੋ, ਸੰਗਤ ਦੇ ਵਿੱਚ ਪਰਿਵਾਰ ਆਵੇ, ਗੁਰਦੁਆਰੇ ਆਵੇ, ਇੱਥੇ ਕੀਰਤਨ ਹੋਵੇ ਤੇ ਬੱਚੇ ਦਾ ਨਾਮ ਰੱਖਿਆ ਜਾਵੇ। ਇਹ ਰਹਿਤ ਮਰਿਆਦਾ ਦੇ ਬੋਲ ਨੇ। ਮਤਲਬ ਖੁਸ਼ੀ ਆ ਗਈ ਹੈ ਤੇ ਤਾਂ ਵੀ ਤੁਸੀਂ ਸੰਗਤ ਦੇ ਵਿੱਚ ਆਵੋ। ਤੇ ਮਹਾਰਾਜ ਫਿਰ ਮੈਂ, ਕਿਉਂਕਿ ਦੋਵੇਂ ਪਾਸਿਆਂ ਦੀ ਗੱਲ ਚੱਲਦੀ ਪਈ, ਖੁਸ਼ੀ ਤੇ ਗਮੀ ਦੀ, ਤੇ ਉਹਦੇ ਵਿੱਚ ਇਹ ਗੱਲ ਹੁੰਦੀ ਹੈ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਸੰਗਤ ਸ਼ਮਸ਼ਾਨ ਘਾਟ ਦੇ ਵਿੱਚ ਵੀ, ਚਲੋ ਠੀਕ ਹੈ ਉੱਥੇ ਵੀ ਬਾਣੀ ਪੜ੍ਹੀ ਜਾਂਦੀ ਹੈ, ਪਰ ਗੁਰਦੁਆਰਾ ਸਾਹਿਬ ਆ ਕੇ ਅਲਾਣੀਆਂ ਦਾ ਪਾਠ ਕਿਉਂ ਕੀਤਾ ਜਾਂਦਾ? ਉਹ ਇਸੇ ਕਰਕੇ ਕੀਤਾ ਜਾਂਦਾ, ਉਹ ਰਸਮ ਨਹੀਂ ਹੈ ਸਿਰਫ ਵੀ ਜਸਟ ਇੱਦਾਂ ਹੈ ਵੀ ਠੀਕ ਹੈ ਜੀ ਪਾਠ ਕਰਨਾ ਹੈ ਤੇ ਇਹਦੇ ਨਾਲ ਕੋਈ ਪਾਪ ਪੁੰਨ ਦਾ ਸੰਬੰਧ ਹੈ, ਕੋਈ ਨਹੀਂ ਹੈ ਇਹਦੇ ਨਾਲ ਸੰਬੰਧ। ਇਹਦਾ ਸੰਬੰਧ ਇਹ ਹੈ ਵੀ ਉਹ ਜਿਹੜੀ ਬਾਣੀ ਲਿਖੀ ਗਈ ਹੈ ਉਸ ਬਾਣੀ ਨੂੰ ਸਮਝੀਏ ਵੀ ਬਾਣੀ ਕਹਿ ਕੀ ਰਹੀ ਹੈ। ਸਤਿਗੁਰੂ ਨੇ ਉਸ ਬਾਣੀ ਦੇ ਵਿੱਚ ਏਡੀਆਂ ਕਮਾਲ ਦੀਆਂ ਗੱਲਾਂ ਤੇ ਇੰਨਾ ਹੌਸਲਾ ਦਿੱਤਾ ਹੈ ਵੀ ਜੇ ਬੰਦੇ ਨੂੰ ਸਮਝ ਆਵੇ ਤਾਂ ਬੰਦਾ ਬੜੇ ਹੌਸਲੇ ਦੇ ਵਿੱਚ ਆ ਸਕਦਾ ਹੈ। ਪਰ ਤੁਹਾਨੂੰ ਵੀ ਤਾਂ ਪਤਾ ਰਸਮ ਹੀ ਬਣ ਕੇ ਰਹਿ ਗਈ ਹੈ। ਕੌਣ ਆ ਰਿਹਾ ਹੈ, ਇੰਨਾ ਕਸ਼ਟ ਕੌਣ ਕਰਦਾ? ਸੁਣਨ ਨੂੰ ਕੋਈ ਤਿਆਰ ਹੀ ਨਹੀਂ ਇਸ ਪਾਸੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਸੱਚ ਸੁਹੇਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਸਿੱਖ ਨੇ ਖੁਸ਼ੀ ਤੇ ਗਮੀ ਦੇ ਸਮਾਗਮ ਜਿਹੜੇ ਨੇ, ਸਮਾਗਮ ਸ਼ਬਦ ਵਰਤਦਾ ਪਿਆ ਹਾਂ, ਇਹ ਕਿਵੇਂ ਮਨਾਉਣੇ ਨੇ? ਮੈਂ ਆਪ ਜੀ ਦੇ ਅੱਗੇ ਇਸ ਗੱਲ ਦੀ ਬੇਨਤੀ ਕੀਤੀ ਹੈ, ਚਾਹੇ ਉਹ ਮੇਰਾ ਘਰ ਹੈ, ਚਾਹੇ ਉਹ ਤੁਹਾਡਾ ਘਰ ਹੈ, ਜੇ ਗ੍ਰਸਤੀਆਂ ਤੇ ਇਹ ਦੋਵੇਂ ਮੌਕੇ ਆਉਣੇ ਹੀ ਆਉਣੇ ਨੇ। ਇੱਥੇ ਚੜ੍ਹਦੀ ਕਲਾ ਵਿੱਚ ਖੁਸ਼ੀ ਵੀ ਆਵੇਗੀ, ਇੱਥੇ ਗਮੀ ਵੀ ਆਉਣੀ ਹੈ। ਤੇ ਮਹਾਰਾਜ ਦੋਵਾਂ ਹਾਲਤਾਂ ਦੇ ਵਿੱਚ ਬੈਲੈਂਸ ਰੱਖਣ ਦੀ ਇਜਾਜ਼ਤ ਦੇਵੇ। ਗੁਰਮਤ ਨੇ ਸਾਨੂੰ ਖੁਸ਼ੀ ਦੇ ਮੌਕੇ ਦੀ ਤੇ ਗਮੀ ਦੇ ਮੌਕੇ ਦੀ ਇੱਕ ਉਦਾਹਰਣ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂਗਾ। ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋ ਰਿਹਾ, 9ਵੇਂ ਸਤਿਗੁਰੂ ਦਾ ਆਨੰਦ ਕਾਰਜ ਦੀ ਸਮਾਪਤੀ ਹੋ ਗਈ ਹੈ। ਤੇ ਮਾਤਾ ਗੁਜਰੀ ਜੀ ਦੇ ਜਿਹੜੇ ਪਿਤਾ ਜੀ ਨੇ ਉਹ ਆ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ, ਜਿੱਦਾਂ ਮੰਨ ਲਓ ਕਿ ਸਮਾਪਤੀ ਹੋ ਜਾਂਦੀ ਸਾਰੇ ਆਨੰਦ ਕਾਰਜ ਦੀ, ਬਰਾਤ ਜਾਣ ਵਾਲੀ ਆ ਵਾਪਸ, ਤੇ ਆ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਮਾਤਾ ਗੁਜਰੀ ਦੇ ਪਿਤਾ ਜੀ ਉਹ ਕਹਿੰਦੇ ਨੇ ਵੀ ਪਾਤਸ਼ਾਹ ਵੀ ਅਸੀਂ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਕੋਈ ਕਮੀ ਨਾ ਰਹਿ ਜਾਵੇ। ਆਪਣੇ ਵੱਲੋਂ ਲਗਭਗ ਹਰ ਬੱਚੀ ਦਾ ਪਿਤਾ ਇਹੋ ਹੀ ਗੱਲ ਕਹਿੰਦਾ ਹੈ, ਹਰ ਜਾਣਾ ਜਦੋਂ ਆਪਣੀ ਬੱਚੀ ਵਿਆਹੀ ਹੋਵੇ ਨਾ ਫਿਰ ਪਤਾ ਲੱਗਦਾ ਵੀ ਕੀ ਟੈਨਸ਼ਨ ਹੁੰਦੀ ਹੈ। ਲੜਕੇ ਵਾਲੇ ਫੀਲ ਦੇ ਵਿੱਚ ਉਹ ਗੱਲ ਨਹੀਂ ਕਦੀ ਆਉਂਦੀ, ਲੜਕੀ ਵਿੱਚ ਹੀ ਸਿੱਖਿਆ ਜਾਂਦਾ ਵੀ ਹਾਂ ਵਾਕਿਆ ਬੱਚੀ ਵਿਆਹੀ ਕਿੱਦਾਂ ਜਾਂਦੀ ਹੈ। ਇਹ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਸੌਖਾ ਸਮਾਗਮ ਲੰਘ ਜਾਵੇ। ਚਲੋ ਜਿਨ੍ਹਾਂ ਨੇ ਐਕਸਪੀਰੀਅੰਸ ਕੀਤਾ ਹੈ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ। ਉਹ ਕਹਿੰਦੇ ਵੀ ਸੱਚੇ ਪਾਤਸ਼ਾਹ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ, ਸੇਵਾ ਦੇ ਵਿੱਚ ਕੋਈ ਗੱਲਬਾਤ ਨਾ ਰਹਿ ਜਾਵੇ। ਜੇ ਫਿਰ ਵੀ ਮੇਰੇ ਕੋਲੋਂ ਕੁਝ ਰਹਿ ਗਿਆ ਹੋਵੇ, ਸਾਡੇ ਵੱਲੋਂ ਕੁਝ ਰਹਿ ਗਿਆ ਹੋਵੇ, ਤਾਂ ਮੈਂ ਹੱਥ ਜੋੜ ਕੇ ਤੇ ਮਾਫੀ ਮੰਗਦਾ। ਸੁਭਾਵਿਕ ਜੀ ਗੱਲ ਹੈ, ਲੜਕੀ ਵਾਲੇ ਨੇ ਤੇ ਸਮਾਜ ਦਾ ਹਾਲ ਇੱਦਾਂ ਦਾ ਵੀ ਮੰਗਣੀ ਪੈਂਦੀ ਹੈ। ਉਹ ਕਹਿੰਦੇ ਵੀ ਚਲੋ ਕੋਈ ਨਹੀਂ। ਤੇ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਕਹਿੰਦੇ ਨੇ? ਮਰਦ ਕਹਿੰਦੇ ਜਿਨ ਤਨੁਜਾ ਅਰਪਨ ਕੀਨੰ ਤਿਨ ਪਾਛੇ ਕਿਆ ਰਖ ਲੀਨੰ। ਵੀ ਭਾਈ ਜਿਨ੍ਹਾਂ ਨੇ ਆਪਣੀ ਬੱਚੀ ਦੇ ਦਿੱਤੀ ਹੈ ਉਹਨਾਂ ਨੇ ਪਿੱਛੇ ਕੀ ਰੱਖ ਲਿਆ ਹੈ? ਘੱਟੋ ਘੱਟ ਅਸੀਂ ਜਦੋਂ ਆਪਣੇ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਹੈ ਉਹ ਕਿਸੇ ਦੇ ਘਰ ਦੇ ਵਿੱਚ ਸਦੀਵੀ ਕਹਿ ਦਿੰਦੇ ਵੀ ਇੱਥੇ ਰਹੇਗਾ ਜਾ ਕੇ, ਇੱਕ ਤਾਂ ਛੋਟੀ ਗੱਲ ਹੈ। ਕਈ ਸਾਲ ਮਨ ਇਸ ਗੱਲ ਨੂੰ ਐਕਸੈਪਟ ਨਹੀਂ ਕਰਦਾ। ਠੀਕ ਹੈ ਅਸੀਂ ਵਿਆਹੇ ਜਾਂਦੇ ਹਾਂ, ਮਿਲਦੇ ਵੀ ਰਹਿੰਦੇ ਹਾਂ, ਕਿੱਥੇ ਮਨ ਸਵੀਕਾਰ ਕਰਦਾ? ਅਸਲ ਦੇ ਵਿੱਚ ਉਹ ਇੱਕ ਸਾਡੇ ਸਾਹਮਣੇ ਉਦਾਹਰਣ ਹੈ ਵੀ ਭਾਈ ਜਦੋਂ ਠੀਕ ਹੈ ਸਾਨੂੰ ਚਾਅ ਹੈ ਵੀ ਸਾਡੇ ਬੱਚੇ ਵਿਆਹੇ ਜਾ ਰਹੇ ਨੇ, ਸਾਡਾ ਲੜਕਾ ਵਿਆਹਿਆ ਜਾ ਰਿਹਾ, ਤੁਸੀਂ ਉਸ ਹਾਲਤ ਨੂੰ ਵੀ ਤੇ ਵੇਖੋ ਨਾ ਵੀ ਇੱਕ ਬੱਚੀ ਨੂੰ ਉਹਦੇ ਘਰਦਿਆਂ ਨੇ ਘਰ ਦੇ ਵਿੱਚ ਰੱਖਿਆ ਹੈ ਤੇ ਅੱਜ ਉਹਨੇ ਪੱਕੇ ਤੌਰ ਦੇ ਉੱਤੇ, ਅਸੀਂ ਜਿੰਨਾ ਮਰਜ਼ੀ ਕਹੀ ਜਾ ਜੀ ਮਿਲਦੀ ਤੇ ਰਹਿਣਾ ਹੀ ਇਹਨੇ, ਠੀਕ ਆ ਮਿਲਦੀਆਂ ਰਹਿੰਦੀਆਂ ਨੇ, ਕਿ ਜ਼ਿੰਦਗੀ ਨਹੀਂ ਬਦਲ ਜਾਂਦੀ? ਕਿੰਨਾ ਕੁਝ ਬਦਲ ਜਾਂਦਾ ਜ਼ਿੰਦਗੀ ਦੇ ਵਿੱਚ। ਬੰਦੇ ਦਾ ਸਾਰਾ ਸਮਝ ਲਓ ਵੀ ਇੱਕ ਦਿਨ ਜਿਹੜਾ ਬੰਦਾ ਕੁਆਰਾ ਹੁੰਦਾ, ਜਿੱਦਣ ਵਿਆਹ ਕੇ ਦੂਜੇ ਘਰ ਦੇ ਵਿੱਚ ਆ ਜਾਂਦਾ, ਸਾਰੀਆਂ ਜ਼ਿੰਮੇਵਾਰੀਆਂ ਬਦਲ ਜਾਂਦੀਆਂ ਬੰਦੇ ਦੀਆਂ। ਭਾਵੇਂ ਸਾਡੀ ਭੈਣ ਹੋਵੇ, ਸਾਡੀ ਮਾਤਾ ਹੋਵੇ, ਕਿਹਦੇ ਨਾਲ ਨਹੀਂ ਇੱਦਾਂ ਵਾਪਰਿਆ? ਉਹ ਜਿਹੜੀ ਆਪਣੇ ਘਰ ਦੇ ਵਿੱਚ ਬੇਪਰਵਾਹ ਵਿਚਰਦੀ ਹੈ, ਵੇਖਿਓ ਕਿਤੇ ਬਾਅਦ 'ਚ ਵਿਚਰ ਪਾਉਂਦੀ ਹੈ, ਭਾਵੇਂ ਉਹਨੂੰ ਨਾ ਵੀ ਕੋਈ ਕਹਿਣ ਵਾਲਾ ਹੋਵੇ।
ਸਤਿਗੁਰੂ ਕਹਿੰਦੇ ਭਾਈ ਜਿਹਨੇ ਬੱਚੀ ਦੇ ਦਿੱਤੀ ਉਹਨੇ ਪਿੱਛੇ ਕੀ ਰੱਖ ਲਿਆ। ਮੈਂ ਇਸ ਕਰਕੇ ਬੇਨਤੀ ਕੀਤੀ ਇਸ ਗੱਲ ਦੀ ਵੀ ਜਦੋਂ ਅਸੀਂ ਜਾਂਦੇ ਹਾਂ ਆਪਣੇ ਬੱਚਿਆਂ ਨੂੰ ਵਿਆਹੁਣ ਦੇ ਲਈ, ਖਾਸ ਕਰਕੇ ਲੜਕਿਆਂ ਨੂੰ ਵਿਆਹੁਣ ਦੇ ਲਈ, ਚਲੋ ਅਸੀਂ ਤੇ ਗਿਣਤੀ 'ਚ ਥੋੜ੍ਹੇ ਬੈਠੇ ਹਾਂ ਤੇ ਮੈਂ ਇਸ ਕਰਕੇ ਬੇਨਤੀ ਕਰਦੇ ਵਾਂ, ਉਦੋਂ ਵੀ ਇੱਦਾਂ ਵਿਚਰੀਏ ਵੀ ਨਹੀਂ ਭਾਈ ਅਸੀਂ ਕਿਸੇ ਦੀ ਬੱਚੀ ਨੂੰ ਲੈਣ ਆਏ ਹਾਂ, ਨਾ ਕਿ ਅਸੀਂ ਜਿੱਤਣ ਆਏ ਹਾਂ। ਜਿੱਦਾਂ ਦੇ ਹਾਲਾਤ ਅੱਜ ਕੱਲ੍ਹ ਵਿਆਹਾਂ ਦੇ ਬਣ ਗਏ ਨੇ, ਵਿਆਹ ਘੱਟ ਆਉਂਦੇ ਨੇ ਤੇ ਜੰਗ ਜਿੱਤਣ ਦੇ ਲਈ ਲੋਕ ਜ਼ਿਆਦਾ ਆਉਂਦੇ ਨੇ। ਵੇਖੋ ਕਈ ਹੱਲਾ ਕਰਨ ਲਈ, ਕਈ ਕਿੰਨੀਆਂ ਸ਼ਰਾਰਤਾਂ ਕਰਨ ਵਾਲੇ ਲੋਕ ਆ ਗਏ। ਕਿਉਂ ਇੱਦਾਂ ਦੇ ਲੋਕ ਹੋ ਗਏ? ਕਿਉਂਕਿ ਲੋਕਾਂ ਨੂੰ ਪਤਾ ਨਹੀਂ ਵੀ ਖੁਸ਼ੀ ਦੇ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਕੰਟਰੋਲ ਕਿੱਦਾਂ ਰੱਖਣਾ ਹੁੰਦਾ। ਇਹ ਸਾਡੇ ਸਾਹਮਣੇ ਨਾ ਇੱਕ ਉਦਾਹਰਣ ਹੈ। ਮੈਂ ਇਹ ਨਹੀਂ ਕਹਿੰਦਾ ਵੀ ਹੱਸੋ ਨਾ, ਠੀਕ ਹੈ ਮਾਲਕ ਨੇ ਸਮੇਂ ਦਿੱਤੇ, ਪਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਇਸ ਹਾਸੇ ਦੇ ਵਿੱਚ ਅਸੀਂ ਕਿਸੇ ਨੂੰ ਇੰਨਾ ਨੀਵਾਂ ਵਿਖਾ ਦਈਏ, ਕਿਸੇ ਨੂੰ ਇੰਨਾ ਬੁਰਾ ਕਹਿ ਦਈਏ। ਅਕਸਰ ਵੇਖ ਲਓ ਲੜਕੀ ਵਾਲਿਆਂ ਦਾ ਸਾਰਾ ਜ਼ੋਰ ਲੱਗ ਜਾਂਦਾ ਤੇ ਲੜਕੇ ਵਾਲਿਆਂ ਦੇ ਅੱਧੇ ਰਿਸ਼ਤੇਦਾਰ ਇਸੇ ਗੱਲ ਕਹਿ ਕੇ ਨਾਰਾਜ਼ ਹੋ ਜਾਂਦੇ, ਜੀ ਸਾਡੀ ਤਾਂ ਰੋਟੀ ਨਹੀਂ ਸਵਾਦ ਲੱਗੀ ਤੇ ਸਾਨੂੰ ਉਹ ਨਹੀਂ ਸਵਾਦ ਲੱਗਾ। ਇਹੋ ਜਿਹੇ ਲੋਕ ਵੀ ਆ ਜਾਂਦੇ ਨੇ, ਪਤਾ ਨਹੀਂ ਵੀ ਕਿਸੇ ਦੀ ਖੁਸ਼ੀ ਦੇ ਵਿੱਚ ਕਿੱਦਾਂ ਸ਼ਾਮਲ ਹੋਣਾ ਤੇ ਕਿੱਦਾਂ ਨਹੀਂ ਸ਼ਾਮਲ ਹੋਣਾ। ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਸਾਡੇ ਲਈ ਪਹਿਲੀ ਗੱਲ ਤੇ ਸੰਗਤ ਹੈ। ਜੇ ਖੁਸ਼ੀ ਆਈ ਹੈ ਤੇ ਖੁਸ਼ੀ 'ਚ ਕਿੱਦਾਂ ਵਿਚਰਨਾ ਹੈ। ਸਾਡੇ ਕੋਲ ਖੁਸ਼ੀ ਵੀ ਹੋਵੇ ਪਰ ਅਸੀਂ ਨਾਲ ਇਸ ਗੱਲ ਨੂੰ ਸੰਭਾਲ ਕੇ ਵੀ ਚੱਲਣਾ ਵੀ ਸਾਨੂੰ ਦੂਜੇ ਪਰਿਵਾਰ ਦੀ ਕਿੰਨੀ ਕਦਰ ਹੈ, ਜਿਹਦੇ ਪਰਿਵਾਰ ਦੇ ਵਿੱਚੋਂ ਬੱਚੀ ਜਾ ਰਹੀ ਹੈ। ਦੂਜਾ ਪਾਸਾ, ਜੇ ਘਰ ਦੇ ਵਿੱਚ ਕੁਝ ਹਾਲਾਤ ਇੱਦਾਂ ਦੇ ਵਾਪਰ ਗਏ, ਗਮੀ ਆ ਗਈ, ਮੈਂ ਕਹਿ ਦੇਵਾਂ ਇਹਨਾਂ ਗੱਲਾਂ ਨੂੰ ਕਹਿ ਦੇਣਾ ਬੜਾ ਸੌਖਾ ਜੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਚਲਾਣਾ, ਸ਼ਾਇਦ ਅਸੀਂ ਪਹਿਲਾਂ ਵੀ ਕਈ ਵਾਰ ਇਸ ਗੱਲ ਨੂੰ ਵਿਚਾਰਿਆ ਹੋਵੇ। ਮਹਾਰਾਜ ਜੀ ਦਾ ਚਲਾਣਾ ਤੇ ਸਤਿਗੁਰੂ ਜੀ ਚਲਾਣੇ ਤੋਂ ਪਹਿਲਾਂ ਸੰਗਤ ਇਕੱਠੀ ਕਰਦੇ ਨੇ ਤੇ ਉੱਥੇ ਉਪਦੇਸ਼ਾਂ ਦੇ ਵਿੱਚੋਂ ਇੱਕ ਉਪਦੇਸ਼ ਕੀ ਹੈ? ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਨੇ ਪਰਿਵਾਰ ਇਕੱਠਾ ਕੀਤਾ ਤੇ ਮਹਾਰਾਜ ਨੇ ਕਹਿੰਦੇ ਵੀ ਮਤਾਂ ਕਿਤੇ ਕੋਈ ਮੇਰੇ ਪਿੱਛੇ ਰੋਂਦਾ ਰਹੇ ਸੋ ਮੈਂ ਮੂਲ ਨਾ ਪਾਇਆ, ਉਹ ਮੈਨੂੰ ਬਿਲਕੁਲ ਚੰਗਾ ਨਹੀਂ ਜੇ ਲੱਗੇਗਾ। ਹੁਣ ਇਹ ਕੀ ਸੀ ਵੀ ਦੁਨਿਆਵੀ ਤੌਰ ਤੇ ਹੈ, ਪਰਿਵਾਰ ਹੈ, ਇਹਦੇ ਵਿੱਚ ਖੁਸ਼ੀ ਵੀ ਵਾਪਰੇਗੀ, ਇਹਦੇ ਵਿੱਚ ਗਮੀ ਵੀ ਵਾਪਰੇਗੀ। ਅਸੀਂ ਆਪਣੇ ਆਪ ਨੂੰ ਕਿੱਦਾਂ ਰੱਖ ਕੇ ਚੱਲਣਾ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਸੱਚ ਸੁਹਿਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਭਾਈ ਸਾਡਾ ਸੁਹਿਲਾ ਚਾਹੇ ਖੁਸ਼ੀ ਵੇਲੇ ਹੋਵੇ ਤੇ ਚਾਹੇ ਅਸੀਂ ਗਮੀ ਦੇ ਵੇਲੇ ਹਾਂ, ਸਾਡੇ ਲਈ ਸੰਗਤ ਹੀ ਹੈ। ਸਾਧ ਸੰਗਤ ਸੱਚ ਸੁਹਿਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਤੇ ਗੁਰਮੁਖ ਨੇ ਲਿਵ ਕਿੱਥੇ ਜੋੜੀ ਹੈ? ਗੁਰਮੁਖ ਨੇ ਲਿਵ ਸੰਗਤ ਦੇ ਵਿੱਚ ਜੋੜੀ ਹੈ। ਇੱਕ ਬਚਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਹੈ। ਸਤਿਗੁਰੂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਜ਼ਿੰਦਗੀ ਨੂੰ ਬੈਲੈਂਸ ਰੱਖਣ ਦੀ ਤੇ ਗੱਲ ਹੈ ਵੀ ਭਾਈ ਦੁੱਖ ਐਡਾ ਵੱਡਾ ਹੈ, ਪਰ ਹੁਣ ਦੁੱਖ ਤੇ ਮੰਨਣ ਦੇ ਵਿੱਚ ਆ ਗਿਆ ਨਾ, ਇਹਦੇ ਤੋਂ ਨਿਕਲਣਾ ਵੀ ਤੇ ਪਵੇਗਾ ਨਾ। ਸੁੱਖ ਦੇ ਨਾਲ ਇੰਨਾ ਪਿਆਰ ਨਹੀਂ ਵੀ ਇਹ ਛੁੱਟਾ ਕਿਉਂ ਮੇਰੇ ਨਾਲ ਕੋਲੋਂ। ਸੁਖ ਸਨੇਹ ਅਰ ਭੈ ਨਹੀਂ ਜਾ ਕੇ, ਨਿਡਰ ਹੈ ਜਿਹੜਾ, ਕੰਚਨ ਮਾਟੀ ਮਾਨੈ, ਜਿਹੜਾ ਸੋਨੇ ਨੂੰ ਵੇਖ ਕੇ ਖਿੱਚਿਆ ਨਹੀਂ ਜਾਂਦਾ, ਉਹ ਹੈ ਅਸਲ ਦੇ ਵਿੱਚ ਮਨੁੱਖ। ਪਰ ਸਤਿਗੁਰੂ ਨੇ ਅੰਤ ਦੇ ਵਿੱਚ ਗੱਲ ਕੀਤੀ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਹਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਉਹਨੂੰ ਪਤਾ ਲੱਗਾ ਵੀ ਭਾਈ ਖੁਸ਼ੀ ਦੇ ਵਿੱਚ ਕਿੱਦਾਂ ਰਹਿਣਾ ਤੇ ਗਮੀ 'ਚ ਕਿੱਦਾਂ ਰਹਿਣਾ। ਨਹੀਂ ਤੁਸੀਂ ਵੇਖਦੇ ਜੇ, ਮੈਨੂੰ ਮਾਫ਼ ਕਰ ਦਿਓ, ਮੈਂ ਕਿਸੇ ਲਈ ਨਹੀਂ ਕਹਿੰਦਾ, ਸਾਨੂੰ ਪਤਾ ਹੈ ਖੁਸ਼ੀਆਂ ਦੇ ਵਿੱਚ ਵੀ ਲੋਕ ਆਪਣਾ ਆਪਾ ਖੋਹ ਲੈਂਦੇ ਨੇ ਤੇ ਗਮੀ ਦੇ ਵਿੱਚ ਵੀ ਲੋਕ ਖੋਹ ਲੈਂਦੇ ਨੇ। ਕੱਲ੍ਹ ਨੂੰ ਪਤਾ ਨਹੀਂ ਜ਼ਿੰਦਗੀ 'ਚ ਕੀ ਹੋ ਜਾਣਾ ਹੈ। ਮਹਾਰਾਜ ਭਾਣਾ ਬਣਨ ਦੀ ਦਾਤ ਦੇਵੇ। ਲੋਕੀ ਖੁਸ਼ੀ ਦੇ ਵਿੱਚ ਵੀ ਵਾਲ ਖਿਲਾਰ ਲੈਂਦੇ ਨੇ ਤੇ ਲੋਕੀ ਗਮੀ ਦੇ ਵਿੱਚ ਵੀ ਵਾਲ ਖਿਲਾਰ ਲੈਂਦੇ ਨੇ। ਮਹਾਰਾਜ ਕੀ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ, ਸਾਧ ਸੰਗਤ ਸੱਚ ਸੁਹਿਲਾ, ਗੁਰਮੁਖ ਸਾਧ ਸੰਗਤ ਲਿਵ ਲਾਈ। ਉਹ ਸੰਗਤ ਦੇ ਵਿੱਚ ਲਿਵ ਜੋੜਦੇ ਨੇ। ਵੇਦ ਕਤੇਬੋਂ ਬਾਹਰਾ, ਜੰਮਣ ਮਰਨ ਅਲਿਪਤ ਰਹਾਈ। ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਭਾਈ ਸਾਡਾ ਜਿਹੜਾ ਕੋਈ ਵੀ ਸੰਸਕਾਰ ਹੈ ਨਾ, ਉਹ ਵੇਦਾਂ ਕਤੇਬਾਂ ਤੋਂ ਉੱਤੇ ਹੈ। ਮੈਂ ਆਪ ਜੀ ਦੇ ਅੱਗੇ ਇਹ ਬੇਨਤੀ ਰੱਖਦੇ ਹਾਂ, ਜੇ ਉਹਨਾਂ ਦੇ ਆਖੇ ਲੱਗ ਕੇ ਚੱਲਾਂਗੇ ਨਾ ਫਿਰ ਦੀਵੇ ਵੀ ਜਗਾਉਣੇ ਪੈਣੇ ਨੇ। ਉਹਨਾਂ ਦੇ ਆਖੇ ਲੱਗ ਕੇ ਚੱਲਾਂਗੇ ਫਿਰ ਸ਼ਰਾਧ ਵੀ ਕਰਨੇ ਪੈਣੇ ਨੇ। ਉਹਨਾਂ ਦੇ ਆਖੇ ਲੱਗ ਕੇ ਚੱਲਾਂਗੇ ਤੇ ਬੜਾ ਕੁਝ ਕਰਨਾ ਪੈਂਦਾ। ਨਹੀਂ, ਵੇਦ ਕਤੇਬੋਂ ਬਾਹਰਾ, ਗੁਰੂ ਨਾਨਕ ਦਾ ਰਸਤਾ ਇਹਨਾਂ ਤੋਂ ਬਾਹਰ ਦਾ ਰਸਤਾ ਹੈ। ਕੋਈ ਮਤਲਬ ਨਹੀਂ ਸਾਨੂੰ ਇਹਨਾਂ ਦੇ ਨਾਲ। ਤੇ ਮੈਂ ਫਿਰ ਕਹਿ ਦੇਵਾਂ, ਜਿਨ੍ਹਾਂ ਨੂੰ ਤੇ ਇਹ ਮਿਲ ਗਏ ਉਹਨਾਂ ਵਿਚਾਰਿਆਂ ਨੂੰ ਤੇ ਚੁੱਕਣੇ ਪੈਣੇ ਨੇ। ਉਹ ਸਾਨੂੰ ਮਹਾਰਾਜ ਨੇ ਦਿੱਤੇ ਹੀ ਨਹੀਂ, ਸਾਨੂੰ ਮਿਲੇ ਨਹੀਂ, ਸਾਨੂੰ ਕਿਉਂ ਚੁੱਕਣੇ ਪੈ ਰਹੇ ਨੇ ਇਹ ਫਰੀ ਦੇ ਭਾਰ? ਅਸੀਂ ਕਿਉਂ ਇਹਨਾਂ ਰਸਮਾਂ ਦੇ ਵਿੱਚ ਫਸਦੇ ਪਏ ਹਾਂ? ਗੁਰਮੁਖ ਭਾਰ ਅਥਰਵ ਬਣਤਾਰਾ। ਗੁਰਮੁਖ ਨੇ ਤੇ ਜਿਹੜਾ ਅਥਰਵ ਵੇਦ ਦਾ ਭਾਰ ਸੀ, ਕਰਮ ਕਾਂਡਾਂ ਦਾ ਭਾਰ ਸੀ, ਇਹ ਤਾਂ ਕਰਤਾਰਪੁਰ ਦੇ ਵਿੱਚ ਹੀ ਲਾ ਦਿੱਤਾ ਹੈ। ਅਸੀਂ ਕਿੱਧਰ ਨਾਲ ਚੁੱਕਦੇ ਫਿਰਦੇ ਹਾਂ? ਵੇਦ ਕਤੇਬੋਂ ਬਾਹਰਾ, ਕੋਈ ਵੀ ਗਮੀ ਕੋਈ ਵੀ ਖੁਸ਼ੀ
ਇਹਨਾਂ ਸਮਾਗਮਾਂ ਦੇ ਵਿੱਚ ਅਸੀਂ ਕਿੱਦਾਂ ਵਿਚਰਨਾ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਮੈਂ ਫੇਰ ਕਹਿ ਦੇਵਾਂ, ਬਾਣੀ ਪੜ੍ਹ ਕੇ ਸਮਝੋ ਵੀ ਸਿੱਖ ਨੇ ਭਾਣੇ 'ਚ ਕਿੱਦਾਂ ਵਿਚਰਨਾ ਹੈ। ਭਾਣੇ ਦਾ ਮਤਲਬ ਸਿਰਫ ਗਮੀ ਦਾ ਮੌਕਾ ਨਹੀਂ ਹੁੰਦਾ, ਭਾਣੇ ਦਾ ਮਤਲਬ ਖੁਸ਼ੀ ਦਾ ਵੀ ਮੌਕਾ ਹੁੰਦਾ ਵੀ ਖੁਸ਼ੀ 'ਚ ਅਸੀਂ ਕਿੱਦਾਂ ਭਾਣੇ ਦੇ ਵਿੱਚ ਰਹਿਣਾ ਹੁੰਦਾ ਹੈ, ਕਿੱਦਾਂ ਉਹਦੀ ਰਜ਼ਾ ਦੇ ਵਿੱਚ ਵਿਚਰਨਾ ਹੁੰਦਾ ਹੈ। ਇਸ ਕਰਕੇ ਵੇਦ ਕਤੇਬੋਂ ਬਾਹਰਾ ਜੰਮਣ ਮਰਨ ਅਲਿਪਤ ਰਹਾਈ, ਆਸਾ ਵਿੱਚ ਨਿਰਾਸ ਵਲਾਈ। ਆਸਾ ਦੇ ਵਿੱਚ ਨਿਰਾਸ ਰਹਿਣਾ, ਇਹ ਵੀ ਅਸੀਂ ਪਿੱਛੇ ਇੱਕ ਵਾਰ ਵਿਚਾਰ ਕੇ ਆ ਗਏ ਹਾਂ ਵੀ ਆਸਾ 'ਚ ਨਿਰਾਸ਼ ਰਹਿਣਾ ਕੀ ਹੁੰਦਾ ਹੈ। ਵੀ ਕੋਈ ਕੰਮ ਸ਼ੁਰੂ ਕੀਤਾ, ਉਹਦੇ ਦੋ ਹੀ ਜਿਹੜੇ ਨੇ ਉਹ ਰਿਜ਼ਲਟ ਆ ਸਕਦੇ ਨੇ, ਜਾਂ ਤਾਂ ਉਹਨੇ ਪ੍ਰੋਫਿਟ ਦੇ ਦਿੱਤਾ ਤੇ ਜਾਂ ਲਾਸ ਕਰਾ ਦਿੱਤਾ। ਪਹਿਲਾਂ ਤਾਂ ਅਸੀਂ ਸੋਚ ਕੇ ਨਹੀਂ ਨਾ ਬੈਠੇ, ਅਸੀਂ ਤਾਂ ਸੋਚ ਕੇ ਬੈਠੇ ਹਾਂ ਵੀ ਚਲੋ ਜੀ ਪ੍ਰੋਫਿਟ ਹੋਵੇਗਾ, ਪਰ ਜੇ ਨਹੀਂ ਹੋਇਆ ਤਾਂ ਫਿਰ ਕੀ ਕਰ ਲਿਆ। ਇੱਥੇ ਹੁਣ ਕੰਮ ਦੇ ਉੱਤੇ ਆ ਨਾ ਵੀ ਕੰਮ ਚੱਲੇਗਾ ਜਾਂ ਨਹੀਂ ਚੱਲੇਗਾ, ਚੱਲ ਗਿਆ ਤੇ ਵਧੀਆ, ਅਸੀਂ ਤਾਂ ਇਸੇ ਕਰਕੇ ਸ਼ੁਰੂ ਕੀਤਾ ਵੀ ਚੱਲੇਗਾ ਹੀ ਚੱਲੇਗਾ, ਜੇ ਚੱਲ ਗਿਆ ਤੇ ਵਾਹ ਭਲੀ ਗੱਲ, ਜੇ ਨਹੀਂ ਚੱਲਿਆ ਤੇ ਫਿਰ ਕੀ ਹੋ ਸਕਦਾ। ਆਸਾ ਵਿੱਚ ਨਿਰਾਸ਼ ਹੋਣ ਦਾ ਮਤਲਬ ਹੀ ਇੰਨਾ ਕੁ ਹੈ, ਹਰ ਹਾਲਤ ਦੇ ਵਿੱਚ ਦੋਵਾਂ ਗੱਲਾਂ ਦੇ ਲਈ ਤਿਆਰ ਰਹਿਣਾ। ਕੀ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ, ਮੈਂ ਦਾਅਵਾ ਕਿਹੜੀ ਗੱਲ ਦਾ ਕਰਦਾ ਵੀ ਇੱਦਾਂ ਹੀ ਹੋਵੇਗਾ, ਨਹੀਂ ਹੋਇਆ ਤਾਂ ਫਿਰ ਕੀ ਹੋ ਸਕਦਾ। ਕਿਸੇ ਵੀ ਗੱਲ ਦਾ ਇਸ ਜ਼ਿੰਦਗੀ ਦੇ ਵਿੱਚ ਕਿਸੇ ਵੀ ਗੱਲ ਦਾ ਦਾਅਵਾ ਕੀਤਾ ਜਾ ਸਕਦਾ ਵੀ ਇੱਦਾਂ ਹੀ ਹੋਵੇਗਾ, ਕੁਝ ਨਹੀਂ ਹੋ ਸਕਦਾ, ਮਾਫ਼ ਕਰਨਾ। ਇਸ ਕਰਕੇ ਦੋਵਾਂ ਹਾਲਤਾਂ ਦੇ ਲਈ ਤਿਆਰ ਰਹਿਣਾ। ਮੇਰੇ ਫਾਇਦੇ ਦਾ ਹੋ ਗਿਆ ਤਾਂ ਵੀ ਰੱਬ ਦੀ ਮਰਜ਼ੀ, ਨਹੀਂ ਫਾਇਦੇ ਦਾ ਹੋਇਆ ਬੜਾ ਦੁੱਖ ਲੱਗਦਾ ਹੈ, ਪਰ ਇਹ ਵੀ ਰੱਬ ਦੀ ਰਜ਼ਾ ਹੈ। ਆਸਾ ਵਿੱਚ ਨਿਰਾਸ਼ ਵਲਾਈ, ਆਪਣੇ ਆਪ ਨੂੰ ਆਸਾ ਤੋਂ ਉੱਚੇ ਰੱਖ ਕੇ ਤੇ ਆਸਾ ਵਾਲੇ ਪਾਸੇ ਤੋਂ ਨਿਰਾਸ਼ ਰਹਿੰਦੇ ਨੇ, ਭਾਵ ਕਿ ਉਹਦੇ ਤੋਂ ਪਰੇ ਰਹਿੰਦੇ ਨੇ। ਇਹ ਗੁਰਮੁਖਾਂ ਦਾ ਰਸਤਾ ਹੈ। ਮੁੱਖ ਵਿਚਾਰ ਇਸ ਪੌੜੀ ਦੀ ਤੇ ਇਹ ਹੈ ਭਾਈ ਕਿ ਅਸਲ ਦੇ ਵਿੱਚ ਜਿਹੜੀ ਮਰਜ਼ੀ ਹਾਲਤ ਹੋਵੇ, ਦੁਨੀਆ ਉਹਨੂੰ ਕਿਸੇ ਤਰੀਕੇ ਨਾਲ ਜਿਹੜੀ ਹੈ ਉਹਨੂੰ ਮਨਾਉਂਦੀ ਹੈ। ਸਾਡੇ ਲਈ ਇੱਦਾਂ ਨਹੀਂ, ਸਾਡੇ ਲਈ ਕੀ ਹੈ, ਸੰਗਤ ਦੇ ਵਿੱਚ ਆ ਕੇ ਬੈਠਣਾ, ਸੰਗਤ ਦੇ ਵਿੱਚ ਸਾਡੇ ਦੀਵਾਨ ਹੋਣ, ਤੇ ਸੰਗਤ ਦੇ ਵਿੱਚੋਂ ਹੀ ਅਸੀਂ ਹਰ ਵੇਲੇ ਖੁਸ਼ੀ ਦੇ ਮੌਕੇ ਦੇ ਉੱਤੇ, ਗਮੀ ਦੇ ਮੌਕੇ ਦੇ ਉੱਤੇ, ਕਿਸੇ ਵੀ ਮੌਕੇ ਦੇ ਉੱਤੇ ਅਸੀਂ ਇਹ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਸਾਡਾ ਸੋਲਾ ਸੰਗਤ ਦੇ ਵਿੱਚ ਹੈ। ਇਸ ਕਰਕੇ ਪਰ ਨਾਲ ਫਿਰ ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਨੇ ਤੇ ਇਸ ਗੱਲ ਨੂੰ ਮੰਨ ਲਿਆ ਉਹ ਸੌਖੇ ਨੇ, ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਦੀ ਹਾਲ ਆਪਾਂ ਪੜ੍ਹ ਲੈਂਦੇ ਹਾਂ। ਗੁਰਮੁਖ ਪੰਥ ਸੁਹੇਲੜਾ, ਮਨਮੁਖ 12 ਵਾਟ ਫਿਰਨ ਦੇ। ਤੇ ਫਿਰ ਗੁਰਮੁਖਾਂ ਦਾ ਪੰਥ ਬੜਾ ਸੌਖਾ ਹੈ, ਉਹ ਬੜੇ ਸੌਖੇ ਰਹਿੰਦੇ ਨੇ ਇਸ ਜ਼ਿੰਦਗੀ ਦੇ ਵਿੱਚ। ਪਰ ਮਨਮੁਖ 12 ਵਾਟ ਫਿਰਨ ਦੇ, ਜਿਹੜੇ ਮਨਮੁਖ ਨੇ ਉਹ ਤੇ ਫਿਰ 12 ਰਸਤਿਆਂ ਦੇ ਉੱਤੇ ਤੁਰੇ ਫਿਰਦੇ ਨੇ। ਉਹਨਾਂ ਨੂੰ ਹਰ ਇੱਕ ਚੀਜ਼ ਚੰਗੀ ਲੱਗਦੀ ਵੀ ਕਿਸੇ ਨੇ ਕਹਿਤਾ ਵੀ ਆਹ ਵੀ ਕਰਮ ਕਾਂਡ ਕਰਨਾ ਤੇ ਆਹ ਵੀ ਕਰਮ ਕਾਂਡ ਕਰਨਾ, ਉਹ ਵਿਚਾਰੇ ਫਿਰ ਤੁਰੇ ਰਹਿੰਦੇ ਨੇ। ਉਹ ਹੁੰਦੇ ਨੇ ਮਨਮੁਖਾਂ ਦੇ ਕਰਮ। ਮਨਮੁਖ 12 ਵਾਟ ਫਿਰਨ ਦੇ। ਕਿਸੇ ਵੀ ਚੀਜ਼ ਦੇ ਵਹਿਮ ਦੇ ਵਿੱਚ ਨਾ ਆ ਜਿਓ ਵੀ ਕੋਈ ਤੁਹਾਨੂੰ ਆ ਕੇ ਗੱਲਾਂ ਦੇ ਵਿੱਚ ਲਾ ਲਵੇ ਜੀ ਤੁਹਾਨੂੰ ਆਹ ਕਰਨਾ ਪੈਣਾ, ਆਹ ਕਰਨਾ ਪੈਣਾ। ਕੁਝ ਨਹੀਂ ਕਰਨਾ ਪੈਣਾ, ਬਖਸ਼ ਲਵੇ ਸਤਿਗੁਰੂ। ਗੁਰਮੁਖ ਪਾਰ ਲੰਘਾਏਂਦਾ, ਮਨਮੁਖ ਭਵਜਲ ਵਿੱਚ ਡੁਬੰਦੇ। ਸਤਿਗੁਰੂ ਕਹਿੰਦੇ ਨੇ ਵੀ ਭਾਈ ਜੇ ਕਿਤੇ ਗੁਰਮੁਖ ਦਾ ਸਾਥ ਹੋ ਜਾਵੇ ਨਾ, ਭਾਈ ਗੁਰਦਾਸ ਸਾਹਿਬ, ਤੇ ਉਹ ਬੰਦੇ ਨੂੰ ਆਪ ਤੇ ਮੁਕਤ ਹੋਇਆ ਹੁੰਦਾ, ਹੋਰਨਾਂ ਨੂੰ ਵੀ ਪਾਰ ਕਰ ਦਿੰਦਾ ਹੈ। ਗੁਰਮੁਖ ਪਾਰ ਲੰਘਾਏਂਦਾ, ਚੰਗਾ ਬੰਦਾ ਮਿਲ ਗਿਆ ਤੇ ਉਹਨੇ ਇਹਨਾਂ ਚੀਜ਼ਾਂ ਤੋਂ ਬਾਹਰ ਕੱਢ ਦੇਣਾ। ਤੇ ਮਨਮੁਖ ਆਪ ਤੋਂ ਡੁੱਬਾ ਹੀ ਹੁੰਦਾ ਹੈ। ਮਨਮੁਖ ਭਵਜਲ ਵਿੱਚ ਡੁਬੰਦੇ, ਉਹ ਬਾਕੀਆਂ ਨੂੰ ਵੀ ਡੋਬ ਲੈਂਦੇ ਨੇ ਵੀ ਜੋ ਅਸੀਂ ਕਰਦੇ ਹਾਂ ਤੁਸੀਂ ਸਾਡੇ ਵਾਂਗੂ ਕਿਉਂ ਨਹੀਂ ਕਰਦੇ। ਤੇ ਸਾਡੇ ਲੋਕਾਂ ਨੂੰ ਤੇ ਅੱਗੇ ਹੀ ਆਦਤ ਇਹ ਹੈ, ਵੇਖਾ ਵੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਜੋ ਕੁਝ ਕਰਨਾ ਉਹ ਵੇਖ ਵੇਖ ਕੇ ਕਰ ਲੈਣਾ, ਕੋਈ ਮਤਲਬ ਨਹੀਂ ਵੀ ਇਸ ਕੰਮ ਨੂੰ ਕਰਨ ਦਾ ਫਾਇਦਾ ਹੈ ਕਿ ਨਹੀਂ ਹੈ, ਬਸ ਉਹ ਨਹੀਂ ਕਰਦਾ ਇਸ ਕਰਕੇ ਮੈਂ ਨਹੀਂ ਕੀਤਾ, ਉਹ ਕਰਦਾ ਤੇ ਇਸ ਕਰਕੇ ਮੈਂ ਕਰ ਲਿਆ। ਮਨਮੁਖ ਭਵਜਲ ਵਿੱਚ ਡੁਬੰਦੇ, ਗੁਰਮੁਖ ਜੀਵਨ ਮੁਕਤ ਕਰ, ਮਨਮੁਖ ਫਿਰ ਜਨਮ ਮਰਨ ਦੇ। ਭਾਈ ਗੁਰਮੁਖ ਤੇ ਜੀਵਨ ਮੁਕਤ ਕਰ ਦਿੰਦਾ ਹੈ, ਜਿਉਂਦੇ ਜੀ ਬੰਦਿਆਂ ਨੂੰ ਮੁਕਤ ਕਰ ਦਿੰਦਾ ਹੈ। ਪਰ ਮਨਮੁਖ ਫਿਰ ਜਨਮ ਮਰਨ ਦੇ। ਜਿਹੜੇ ਮਨਮੁਖ ਨੇ ਉਹ ਜੰਮਦੇ ਮਰਦੇ ਰਹਿੰਦੇ ਨੇ, ਭਾਵ ਕਿ ਪਾਰ ਨਹੀਂ ਹੁੰਦੇ ਇਸ ਦੁਨੀਆ ਦੇ ਵਿੱਚ। ਗੁਰਮੁਖ ਸੁੱਖ ਫਲ ਪਾਇੰਦੇ, ਗੁਰਮੁਖ ਜਿਹੜੇ ਨੇ ਉਹ ਸੁੱਖ ਦਾ ਫਲ ਪਾ ਲੈਂਦੇ ਨੇ। ਮਨਮੁਖ ਦੁੱਖ ਫਲ ਦੁੱਖ ਲਹੰਦੇ, ਪਰ ਮਨਮੁਖਾਂ ਨੂੰ ਸਿਰਫ ਦੁੱਖ ਹੀ ਵਾਪਰਦਾ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਉਸ ਰਸਤੇ ਦੇ ਉੱਤੇ ਚੱਲਣਾ ਪਸੰਦ ਨਹੀਂ ਹੈ ਤੇ ਇਸ ਰਸਤੇ ਤੇ ਚੱਲਦੇ ਨਹੀਂ, ਇਸ ਕਰਕੇ ਦੁੱਖ ਦੀ ਢੇਰੀ ਹੈ ਉਹਨਾਂ ਦੇ ਕੋਲ। ਮਨਮੁਖ ਦੁੱਖ ਫਲ ਦੁੱਖ ਲਹੰਦੇ। ਗੁਰਮੁਖ ਦਰਗਾਹ ਸੁਰਖ ਰੂ, ਸੁਰਖ ਵੈਸੇ ਸ਼ਬਦ ਹੈ ਲਾਲ, ਰੂ ਦਾ ਮਤਲਬ ਹੁੰਦਾ ਹੈ ਚਿਹਰਾ, ਸੁਰਖ ਰੂ ਦਾ ਮਤਲਬ ਹੁੰਦਾ ਹੈ ਲਾਲ ਚਿਹਰੇ ਵਾਲੇ, ਮਤਲਬ ਚੜ੍ਹਦੀ ਕਲਾ ਵਾਲੇ। ਆਪਾਂ ਕਿਸੇ ਨੂੰ ਕਹਿੰਦੇ ਨਾ ਵੀ ਤੇਰਾ ਕਦ ਲਈ ਰੰਗ ਉੱਡਿਆ ਹੈ, ਉਹਦਾ ਇੱਕ ਮਤਲਬ ਹੁੰਦਾ ਵੀ ਕਦ ਲਈ ਡਰਿਆ ਫਿਰਦਾ। ਤੇ ਜਿਹਦਾ ਚਿਹਰਾ ਲਾਲ ਹੋਵੇਗਾ, ਕਰੀਮਾਂ ਲਾ ਕੇ ਨਹੀਂ, ਨੈਚੁਰਲੀ ਜਿਹਦਾ ਲਾਲ ਹੋਵੇਗਾ, ਇਹਦਾ ਮਤਲਬ ਹੈ ਵੀ ਉਹ ਜਿਹੜਾ ਬੰਦਾ ਹੈ ਉਹ ਵਾਕਿਆ ਹੀ ਅੰਦਰ ਕੋਈ ਉਹਦੇ ਖੁਸ਼ੀ ਚੜ੍ਹਦੀ ਪਈ ਹੈ। ਗੁਰਮੁਖ ਦਰਗਾਹ ਸੁਰਖ ਰੂ, ਰੱਬ ਦੇ ਘਰ ਦੇ ਵਿੱਚ ਉਹ ਚੜ੍ਹਦੀ ਕਲਾ ਵਾਲੇ ਨੇ। ਪਰ ਮਨਮੁਖ ਜਮਪੁਰ ਡੰਡ ਸਹੰਦੇ,
ਜਿਨ੍ਹਾਂ ਨੇ ਇਸ ਰਸਤੇ ਨੂੰ ਨਹੀਂ ਫੜਿਆ ਉਹ ਮਨਮੁਖ, ਤੇ ਮਨਮੁਖ ਨੂੰ ਤੇ ਫਿਰ ਜਮਾਂ ਦੇ ਸ਼ਹਿਰ ਦੇ ਵਿੱਚ ਉੱਥੇ ਡੰਡ ਹੀ ਲੱਗਣਾ ਹੈ। ਉਹਨਾਂ ਨੂੰ ਉਹਦੀਆਂ ਸਜ਼ਾਵਾਂ ਭੁਗਤਣੀਆਂ ਪੈਣੀਆਂ ਨੇ। ਗੁਰਮੁਖ ਆਪ ਗਵਾਇਆ, ਗੁਰਮੁਖਾਂ ਨੇ ਤੇ ਪਾਈ ਸੰਗਤ ਦੇ ਵਿੱਚ ਆਪਣੇ ਆਪੇ ਨੂੰ ਗਵਾ ਲਿਆ ਵੀ ਅਸੀਂ ਕੁਝ ਵੀ ਨਹੀਂ ਹਾਂ। ਪਰ ਮਨਮੁਖ ਹਉਮੈ ਅਗਨ ਜਲੰਦੇ, ਮਨਮੁਖ ਜਿਹੜੇ ਨੇ ਉਹ ਹਉਮੈ ਦੀ ਅੱਗ 'ਚ ਹੀ ਸੜਦੇ ਰਹਿੰਦੇ ਨੇ। ਇੱਕ ਤੇ ਕਹਿਣਗੇ ਵੀ ਮੈਂ ਕੀਤਾ, ਹਮ ਕੀਆ, ਹਮ ਕਰਹਿੰਗੇ, ਹਮ ਮੂਰਖ ਗਾਵਾਰ, ਸਾਰੀ ਜ਼ਿੰਦਗੀ ਮੈਂ ਕਰਦੇ ਰਹਿੰਦੇ ਨੇ। ਤੇ ਜਦੋਂ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਫਿਰ ਗੁੱਸਾ ਆਉਂਦਾ ਵੀ ਹੁਣ ਮੈਨੂੰ ਪੁੱਛਦੇ ਕਿਉਂ ਨਹੀਂ, ਪਹਿਲਾਂ ਤਾਂ ਮੈਨੂੰ ਸਾਰੇ ਹੀ ਪੁੱਛ ਦਿੰਦੇ ਸੀ। ਪੁੱਛਦਾ ਤਾਂ ਪਹਿਲਾਂ ਵੀ ਕੋਈ ਨਹੀਂ ਹੁੰਦਾ, ਧੱਕੇ ਨਾਲ ਹੀ ਪੁਛਾਈ ਜਾਂਦੇ ਨੇ। ਇਸ ਕਰਕੇ ਮਨਮੁਖ ਹਉਮੈ ਅਗਨ ਜਲੰਦੇ, ਹੰਕਾਰ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ। ਬੰਦੀ ਅੰਦਰ ਵਿਰਲੇ ਬੰਦੇ, ਵਿਰਲੇ ਬੰਦੇ ਨੇ ਜਿਹੜੇ ਇਹੋ ਜਿਹੇ ਬੰਦਗੀ ਦੇ ਵਿੱਚ ਤੁਰਦੇ ਨੇ। ਬੰਦਗੀ ਕਿਹੜੀ? ਖੁਸ਼ੀ ਦੇ ਵਿੱਚ ਕਿਵੇਂ ਵਿਚਰਨਾ ਹੈ, ਗਮੀ ਦੇ ਵਿੱਚ ਕਿਵੇਂ ਵਿਚਰਨਾ ਹੈ, ਦੋਵਾਂ ਹਾਲਤਾਂ ਦੇ ਵਿੱਚ ਆਪਣੇ ਆਪ ਨੂੰ ਬੈਲੈਂਸ ਰੱਖ ਕੇ ਚੱਲਣਾ। ਆਖਰੀ ਗੱਲ ਕਹਿ ਕੇ ਸਮਾਪਤੀ ਕਰ ਦੇਵਾਂਗਾ। ਦੇਖੋ, ਮੈਂ ਫਿਰ ਆਪ ਜੀ ਦੇ ਨਾਲ ਫਿਰ ਇਸ ਕਰਕੇ ਬੇਨਤੀ ਕਰਦਾ ਹਾਂ, ਦੁੱਖ ਖੁਸ਼ੀ ਦੇ ਨਾਲੋਂ ਜ਼ਿਆਦਾ ਔਖਾ ਕਰਦਾ ਹੈ। ਖੁਸ਼ੀ ਬੜਾ ਥੋੜ੍ਹਾ ਸਮਾਂ ਰਹਿੰਦੀ ਹੈ, ਦੁੱਖ ਨਹੀਂ ਐਡੀ ਜਲਦੀ ਜਾਂਦਾ ਬੰਦੇ ਦੇ ਕੋਲੋਂ, ਉਹ ਜ਼ਿਹਨ ਦੇ ਵਿੱਚ ਵਾਰ-ਵਾਰ ਮੁੜਦਾ ਹੈ। ਪਰ ਇਹਨਾਂ ਦੋਵਾਂ ਹਾਲਤਾਂ ਦੇ ਵਿੱਚ ਅੰਤ ਨੂੰ ਤੇ ਸਾਨੂੰ ਬਾਹਰ ਨਿਕਲਣਾ ਪੈਣਾ ਨਾ, ਅੰਤ ਨੂੰ ਤੇ ਜ਼ਿੰਦਗੀ ਜੀਣੀ ਪੈਣੀ ਹੈ। ਇਸ ਕਰਕੇ ਬੜੇ ਵਿਰਲੇ ਬੰਦੇ ਨੇ ਜਿਹੜੇ ਇਸ ਰਸਤੇ ਦੇ ਉੱਤੇ ਚੱਲ ਪੈਂਦੇ ਨੇ। ਭਾਈ, ਜਿੰਨਾ ਖੁਸ਼ੀ ਦੇ ਵਿੱਚ ਜਾਵਾਂਗੇ ਦੁੱਖ ਵੀ ਓਨਾ ਹੀ ਵੱਡਾ ਹੋਵੇਗਾ, ਕਿਉਂਕਿ ਸਡਨ ਅਟੈਕ ਹੋ ਜਾਂਦਾ, ਫਿਰ ਦਿੱਕਤ ਆ ਜਾਂਦੀ ਹੈ। ਉਸ ਚੀਜ਼ ਦੇ ਵਿੱਚੋਂ ਨਿਕਲ ਕੇ ਹਰ ਹਾਲਤ ਦੇ ਲਈ ਅਸੀਂ ਕਿੰਨਾ ਕੁ ਤਿਆਰ ਰਹਿੰਦੇ ਹਾਂ, ਇਹ ਵੀ ਇੱਕ ਸਿੱਖੀ ਦਾ ਪਾਸਾ ਹੈ। ਜੋ ਹੋ ਰਿਹਾ ਹੈ ਕਿ ਮੈਂ ਉਹਨੂੰ ਸਵੀਕਾਰ ਕਰਨ ਦੇ ਲਈ ਤਿਆਰ ਹਾਂ, ਜੋ ਹੋ ਜਾਵੇਗਾ ਕਿ ਮੈਂ ਉਹਨੂੰ ਸਵੀਕਾਰ ਕਰਨ ਦੇ ਲਈ ਤਿਆਰ ਹਾਂ। ਸਾਡਾ ਕਾਰੋਬਾਰ ਹੋਵੇ, ਰਿਸ਼ਤੇਦਾਰੀ ਹੋਵੇ, ਕੁਝ ਵੀ ਹੋਵੇ, ਮੈਂ ਕਿੰਨਾ ਕੁ ਐਕਸੈਪਟ ਕਰਦਾ ਹਾਂ ਆਉਣ ਵਾਲੀ ਜਿਹੜੀਆਂ ਮੈਨੂੰ ਪ੍ਰੋਬਲਮਸ ਨੇ ਜਾਂ ਜੋ ਵੀ ਹਾਲਤ ਨੇ, ਕਿ ਮੈਂ ਇਹਨਾਂ ਦੇ ਲਈ ਤਿਆਰ ਸੀ। ਜੇ ਤਿਆਰ ਨਹੀਂ ਆ ਨਾ ਤਾਂ ਫਿਰ ਸਮਝ ਲਓ ਸਡਨ ਹੀ ਹੋਵੇਗਾ, ਸਾਰਾ ਕੁਝ ਸਡਨਲੀ ਹੋ ਗਿਆ। ਪਰ ਜੇ ਮੈਂ ਤਿਆਰ ਹੋਇਆ ਫਿਰ ਮੈਂ ਉਹਨੂੰ ਸਵੀਕਾਰ ਕਰ ਲਵਾਂਗਾ ਵੀ ਹਾਂ, ਮੈਨੂੰ ਪਤਾ ਸੀ ਇੱਦਾਂ ਹੋ ਜਾਣਾ। ਦੋਵਾਂ ਹਾਲਤਾਂ 'ਚ ਆਪਣੇ ਆਪ ਨੂੰ ਤਿਆਰ ਰੱਖਣਾ ਅਤੇ ਬੈਲੈਂਸ ਬਣਾ ਕੇ ਚੱਲਣਾ, ਇਹ ਇਹਨਾਂ ਦੋ ਪੌੜੀਆਂ ਦੀ ਵਿਚਾਰ ਹੈ। ਗੁਰੂ ਬਖਸ਼ਿਸ਼ ਕਰੇ ਅੱਗੇ ਸ਼ਨੀ ਅਤੇ ਐਤਵਾਰ ਜੋ ਹੈ ਉਹ ਵਿਚਾਰ ਨਹੀਂ ਹੋਣੀ ਹੈ। ਫਿਰ ਜਿੱਦਾਂ ਮਹਾਰਾਜ ਜੀ ਸਮਾਂ ਬਣਾਉਣਗੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।